ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਵਿੱਚ ਕੁਦਰਤੀ ਮੌਸਮ ਠੀਕ ਹੈ, ਪਰ ਰਾਜਨੀਤਿਕ ਮੌਸਮ ਬਿਲਕੁਲ ਵੀ ਠੀਕ ਨਹੀਂ। ਪਰ ਜੇ ਇਕੱਲੇ ਕੁਦਰਤੀ ਮੌਸਮ ਤੱਕ ਗੱਲ ਸੀਮਿਤ ਰੱਖਦੇ ਹਾਂ ਤਾਂ ਦਿਨ ਦੇ ਵੇਲੇ ਅੱਜ ਗਰਮੀ ਸੀ ਤੇ ਰਾਤ ਦੇ ਵੇਲੇ ਮੌਸਮ ਠੰਡਾ ਸੀ। ਉੱਦਾਂ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਹੈ ਕਿ ਆਉਂਦੇ 72 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣਾ, ਯਾਨੀ ਕਿ ਰਾਤ ਨੂੰ ਇਸੇ ਤਰੀਕੇ ਨਾਲ ਪਾਰਾ ਡਿੱਗਦਾ ਰਹਿਣਾ ਤੇ ਦਿਨ ਦੇ ਵੇਲੇ ਗਰਮੀ ਵੀ ਇਵੇਂ ਰਹਿਣੀ ਆ। ਤੇ ਅੱਜ ਥੋੜੀ ਜਿਹੀ ਤਿੱਖੀ ਗਰਮੀ ਸੀਗੀ ਦਿਨ ਦੇ ਵੇਲੇ, ਜਿਹਦੇ ਕਰਕੇ ਇਹ ਅੰਦਾਜ਼ਾ ਪੇਸ਼ ਕੀਤਾ ਜਾ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਥੋੜੀ ਜਿਹੀ ਤਪਸ਼ ਹੋ ਸਕਦੀ ਹੈ। ਪਰ ਮੌਸਮ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਕਰਵਟ ਆ ਰਹੀ ਹੈ ਪਿਛਲੇ 1.5 ਹਫ਼ਤੇ ਤੋਂ, ਯਾਨੀ ਕਿ ਹੁਣ ਅਸੀਂ ਸਿਆਲ ਦੇ ਵੱਲ ਲਗਾਤਾਰ ਕਦਮ ਦਰ ਕਦਮ ਵਧ ਰਹੇ ਹਾਂ। ਹੁਣ ਜੇ ਪਹਿਲੀ ਵੱਡੀ ਖਬਰ ਵੱਲ ਜਾਂਦੇ, ਜਿਹੜੀ ਕਿ ਪੰਜਾਬ ਦੇ ਰਾਜਨੀਤਿਕ ਮੌਸਮ ਦੇ ਨਾਲ ਸੰਬੰਧਿਤ ਹੈ। ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਇਸ ਵਕਤ ਸੜਕਾਂ ਦੇ ਉੱਤੇ ਬੈਠੇ ਹੋਏ ਆ, ਸਲਾਮ ਕਰਨੀ ਬਣਦੀ ਹੈ। ਉਹਨਾਂ ਨੂੰ ਸ਼ੌਕ ਨਹੀਂ ਆ, ਇਹ ਉਹਨਾਂ ਦੀ ਮਜਬੂਰੀ ਹੈ ਤੇ ਮਜਬੂਰੀ ਦੇ ਨਾਲ ਖੇਤਾਂ ਨੂੰ ਬਚਾਉਣ ਵਾਸਤੇ ਇਹ ਸਭ ਕੁਝ ਜ਼ਰੂਰੀ ਹੈ। ਉਹਦਾ ਕਾਰਨ ਇਹ ਹੈ ਵੀ ਸਾਡੀਆਂ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਦੀ ਸਰਕਾਰ ਨੇ ਤਾਂ ਕਦੇ ਨਾ ਕਿਸਾਨਾਂ ਬਾਰੇ, ਨਾ ਜਵਾਨਾਂ ਬਾਰੇ, ਨਾ ਮਜ਼ਦੂਰਾਂ ਬਾਰੇ, ਨਾ ਵਪਾਰੀਆਂ ਬਾਰੇ ਸੋਚਣਾ ਹੀ ਨਹੀਂ। ਮੈਂ ਕਦੇ ਕਦੇ ਇਸ ਗੱਲ ਦੇ ਉੱਤੇ ਹੈਰਾਨ ਜ਼ਰੂਰ ਹੁੰਦਾ ਜਦੋਂ ਪੰਜਾਬ ਦੀ ਜਾਂ ਕੇਂਦਰ ਦੀ ਸਰਕਾਰ ਕਹਿੰਦੀ ਹੈ ਜੀ ਕਿ ਪੈਸੇ ਹੀ ਹੈ ਨਹੀਂ, ਤੇ ਪੈਸੇ ਹੈ ਕਿੱਥੇ ਨਹੀਂ। ਅਸੀਂ ਤਾਂ ਕੱਲੀ ਗੱਲ ਦੇ ਉੱਤੇ ਟੈਕਸ ਦਿੰਦੇ ਹਾਂ। ਸਵੇਰ ਦੇ ਵੇਲੇ ਅਸੀਂ ਅੱਖ ਪੱਟਦੇ ਹਾਂ, ਜਦੋਂ ਬੁਰਸ਼ ਕਰਦੇ ਅਸੀਂ ਬੁਰਸ਼ 'ਤੇ ਵੀ ਟੈਕਸ ਦਿੱਤਾ, ਜਿਹੜੀ ਪੇਸਟ ਵਰਤਦੇ ਉਹਦੇ 'ਤੇ ਵੀ ਟੈਕਸ ਦਿੱਤਾ, ਜਿਹੜੀ ਅਸੀਂ ਚਾਹ ਪੀਂਦੇ ਅਸੀਂ ਚਾਹ ਪੱਤੀ 'ਤੇ ਵੀ ਟੈਕਸ ਦਿੱਤਾ, ਅਸੀਂ ਖੰਡ 'ਤੇ ਵੀ ਟੈਕਸ ਦਿੱਤਾ, ਜਿਹੜੇ ਅਸੀਂ ਨਹਾ ਕੇ ਲੀੜੇ ਪਾਉਂਦੇ ਹਾਂ ਉਹਨਾਂ ਲੀੜਿਆਂ ਦੇ ਉੱਤੇ ਵੀ ਟੈਕਸ ਦਿੱਤਾ, ਅਸੀਂ ਜੁੱਤੀ 'ਤੇ ਵੀ ਟੈਕਸ ਦਿੱਤਾ, ਜਿਹੜੇ ਸਕੂਟਰ ਮੋਟਰਸਾਈਕਲ ਦੇ ਉੱਤੇ, ਕਾਰ ਦੇ ਉੱਤੇ, ਜੀਪ ਦੇ ਉੱਤੇ, ਬੱਸ ਦੇ ਉੱਤੇ ਨੌਕਰੀ ਕਰਨ ਜਾਂਦੇ ਹਾਂ ਉਹਦੇ ਤੇਲ ਦੇ ਉੱਤੇ ਵੀ ਟੈਕਸ ਦਿੱਤਾ, ਅਸੀਂ ਉਸ ਸੜਕ ਦੇ ਉੱਤੇ ਵੀ ਟੈਕਸ ਦਿੱਤਾ ਜਿਹਨੂੰ ਅਸੀਂ ਵਰਤਦੇ ਹਾਂ, ਅਸੀਂ ਦੁਪਹਿਰ ਦੇ ਵੇਲੇ ਜੇ ਪਾਣੀ ਦੀ ਬੋਤਲ ਲੈਂਦੇ ਉਹਦੇ 'ਤੇ ਵੀ ਟੈਕਸ ਦਿੱਤਾ, ਅਸੀਂ ਰਾਤ ਨੂੰ ਸੌਣ ਵੇਲੇ ਤੱਕ ਹਰ ਚੀਜ਼ ਦੇ ਉੱਤੇ ਟੈਕਸ ਦਿੰਦੇ ਹਾਂ। ਪਰ ਇਸ ਦੇ ਬਾਵਜੂਦ ਜੇਕਰ ਸਾਡੀਆਂ ਸਰਕਾਰਾਂ ਇਹ ਗੱਲ ਕਹਿੰਦੀਆਂ ਕਿ ਖਜ਼ਾਨੇ ਖਾਲੀ ਆ, ਤਾਂ ਲੱਖ ਲਾਹਨਤ ਫਿਰ ਉਹਨਾਂ ਦੇ ਆ। ਉਹਨਾਂ ਨੇ ਪ੍ਰਬੰਧ ਨਹੀਂ ਸਹੀ ਕੀਤੇ, ਉਹਨਾਂ ਨੇ ਆਪਦੇ ਘਰ ਬਾਰੇ ਸੋਚਿਆ, ਲੋਕਾਂ ਦੇ ਬਾਰੇ ਨਹੀਂ। ਇਹ ਉਹਨਾਂ ਦੀ ਖਾਮੀ ਆ, ਸਾਡੀ ਨਹੀਂ ਆ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵਕਤ ਰਾਜਨੀਤਿਕ ਆਬੋ ਹਵਾ ਬਦਲ ਰਹੀ ਆ, ਜਿਵੇਂ ਕਿ 2022 ਦੇ ਮੱਦੇਨਜ਼ਰ ਹੀ ਸਾਰਾ ਕੁਝ ਸੋਚਿਆ ਜਾ ਰਿਹਾ, ਇਹਦਾ ਜ਼ਿਕਰ ਤੇ ਫਿਕਰ ਹਰ ਥਾਂ ਹੋਣਾ ਚਾਹੀਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਥੋੜ੍ਹ ਚਿਰੀ ਯਾਦ ਆ, ਸਾਡੇ ਚੇਤੇ ਦੇ ਵਿੱਚ ਬਹੁਤ ਘੱਟ ਕੁਝ ਰਹਿੰਦਾ। ਤੇ ਇਸੇ ਗੱਲ ਦਾ ਫਾਇਦਾ ਅੱਜ ਤੱਕ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਨੇ ਸਮੇਂ ਦੇ ਉੱਤੇ ਚੁੱਕਿਆ। ਮਹੱਤਵਪੂਰਨ ਗੱਲ ਇਹ ਹੈ ਵੀ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦਾ ਦੂਜਾ ਦਿਨ ਹੈ, ਯਾਨੀ ਕਿ ਅੱਜ 20 ਤਰੀਕ ਨੂੰ ਦੂਜਾ ਦਿਨ ਹੈ। ਲੰਘੇ ਕੱਲ੍ਹ ਯਾਨੀ ਕਿ 19 ਤਰੀਕ ਨੂੰ ਪਹਿਲਾ ਦਿਨ ਸੀਗਾ। ਇਹ ਸੈਸ਼ਨ ਪਹਿਲਾਂ ਇੱਕ ਦਿਨ ਦਾ ਹੀ ਸੀਗਾ, ਬਾਅਦ ਦੇ ਵਿੱਚ 2 ਦਿਨ ਦਾ ਹੋ ਗਿਆ ਤੇ 2 ਦਿਨ ਪਹਿਲਾਂ ਹੀ ਪਤਾ ਲੱਗਿਆ ਕਿ ਇਹ 19 ਤੇ 20 ਤਰੀਕ ਨੂੰ ਆ। ਪਰ ਕੁਝ ਵੀ ਨਹੀਂ ਨਿਕਲਿਆ। ਇੱਕ ਦਿਨ ਪੰਜਾਬ ਵਿਧਾਨ ਸਭਾ ਦਾ 80 ਲੱਖ ਰੁਪਏ ਦੇ ਵਿੱਚ ਪੈਂਦਾ। ਉਹ 80 ਲੱਖ ਰੁਪਈਆ ਨਾ ਬਾਦਲ ਸਾਹਿਬ ਆਪਦੀ ਜੇਬ 'ਚ ਦਿੰਦੇ ਆ, ਨਾ ਕੈਪਟਨ ਸਾਹਿਬ ਦਿੰਦੇ, ਨਾ ਢੀਂਡਸਾ ਸਾਹਿਬ ਦਿੰਦੇ ਆ, ਨਾ ਭਗਵੰਤ ਮਾਨ ਦਿੰਦਾ। ਇਹ ਪੰਜਾਬ ਦੇ ਲੋਕ ਦਿੰਦੇ ਆ ਟੈਕਸ ਦੇ ਰੂਪ ਦੇ ਵਿੱਚ। 80 ਲੱਖ ਰੁਪਈਆ 19 ਤਰੀਕ ਨੂੰ ਬਰਬਾਦ ਹੋ ਗਿਆ। ਸਿਰਫ ਇੱਕ ਕੰਮ ਹੋਇਆ, ਉੱਥੇ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ। ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੱਚੀ ਮੁੱਚੀ ਉਹਨਾਂ ਸ਼ਖਸੀਅਤਾਂ ਦਾ ਜਾਣਾ ਬੇਹੱਦ ਦੁਖਦਾਈ ਆ। ਜਿਹੜੇ ਕਿਸਾਨ ਆ, ਜਿਨ੍ਹਾਂ ਨੂੰ 9 ਜਣਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਵਿਧਾਨ ਸਭਾ 'ਚ ਪਹਿਲੇ ਦਿਨ, ਉਹਨਾਂ ਦੇ ਜਾਣ ਦਾ ਵੀ ਸਾਨੂੰ ਬੇਹੱਦ ਗਮ ਹੈ। ਪਰ ਉਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਚਲਾਈ ਜਾ ਸਕਦੀ ਸੀ, ਪਰ ਨਾਲ ਦੀ ਨਾਲ ਇਹ ਗੱਲ ਕਹਿ ਦਿੱਤੀ ਗਈ ਕਿ 20 ਤਰੀਕ ਤੱਕ ਹੁਣ ਕਾਰਵਾਈ ਉਠਾਈ ਜਾਂਦੀ ਹੈ। 20 ਤਰੀਕ ਨੂੰ ਹੁਣ ਅਸੀਂ ਅਗਲੀ ਗੱਲਬਾਤ ਕਰਾਂਗੇ। ਹੁਣ 20 ਤਰੀਕ ਨੂੰ ਯਾਨੀ ਕਿ ਅੱਜ ਉਹੀ ਕੁਝ ਹੋਣਾ ਜਿਹਦੇ ਬਾਬਤ ਸਾਨੂੰ ਆਸ ਆ। ਵਿਧਾਨ ਸਭਾ ਦੇ ਅੰਦਰ ਤੇ ਬਾਹਰ ਖਰੂ ਪੈਣਾ। ਅੰਦਰ ਆ ਜਿਹੜਾ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੀ ਸਰਕਾਰ ਦੇ ਵੱਲੋਂ ਬਿੱਲ ਪਾਸ ਕਰ ਦਿੱਤਾ ਜਾਣਾ। ਇਸ ਬਿੱਲ ਦੇ ਵਿੱਚ ਕੱਢਣ ਪਾਉਣ ਨੂੰ ਕੀ ਹੋਊਗਾ ਇਹ ਵਕਤ ਦੱਸੂਗਾ। ਪਰ ਚਾਹੀਦਾ ਇਹ ਸੀ ਕਿ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ, ਉਹਨਾਂ ਦੀ ਵੀ ਸਲਾਹ ਲਈ ਜਾਂਦੀ ਵੀ ਖੇਤੀ ਬਿੱਲ ਦੇ ਵਿੱਚ ਕਿਹੜੇ ਨੁਕਤੇ ਸ਼ਾਮਲ ਕਰਨੇ ਚਾਹੀਦੇ ਆ। ਭਾਵੇਂ ਸਾਡਾ ਜਿੰਨਾ ਮਰਜ਼ੀ ਵੱਡਾ ਵੈਰ ਹੋਵੇ ਰਾਜਨੀਤਿਕ ਤੌਰ 'ਤੇ, ਨਿੱਜੀ ਤੌਰ ਦੇ ਉੱਤੇ, ਪਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਦੇ ਉੱਤੇ ਇੱਕ ਸੁਰਤਾ ਬਣਾਉਣੀ ਚਾਹੀਦੀ ਸੀ। ਪਰ ਕਿਸੇ ਨੂੰ ਪੁੱਛਿਆ ਹੀ ਨਹੀਂ, ਕਿਸੇ ਨੂੰ ਦੱਸਿਆ ਹੀ ਨਹੀਂ ਵੀ ਖੇਤੀ ਬਿੱਲ ਦੇ ਵਿੱਚ ਅਸੀਂ ਕੀ ਕੁਝ ਸ਼ਾਮਲ ਕੀਤਾ। ਜਦ ਕਿ ਇਹ ਗੱਲ ਖੋਲ੍ਹ ਦੇਣੀ ਚਾਹੀਦੀ ਸੀ, ਬੁੱਕਲ ਖੋਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਕੇਂਦਰ ਦੇ ਨਾਲ ਮੱਥਾ ਲਾਉਣਾ। ਵਿੱਚ ਵਿਚਾਲੇ ਜੇ ਕਦੇ ਇਉਂ ਲੱਗਦਾ ਵੀ ਕੈਪਟਨ ਸਾਹਿਬ ਨੇ ਸ਼ਾਇਦ ਕਿਤੇ ਗੋਂਗਲੂਆਂ ਤੋਂ ਮਿੱਟੀ ਨਾ ਝਾੜਦੇ ਹੋਣ। ਕੈਪਟਨ ਸਾਹਿਬ ਸ਼ਾਇਦ ਕਿਤੇ ਇਹ ਜ਼ਰੂਰੀ ਸਮਝ ਗਏ ਵੀ ਭਾਈ ਪੰਜਾਬ ਦੇ ਕਿਸਾਨਾਂ ਨੇ ਜਦੋਂ ਅਲਟੀਮੇਟਮ ਦਿੱਤਾ ਹੈਗਾ ਵੀ ਤੁਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਇਜਲਾਸ ਸੱਦੋ, ਤਾਂ ਸਾਨੂੰ ਇਹ ਕੁਝ ਕਰਨਾ ਪੈਣਾ। ਪਰ ਚਿੱਤ ਨਹੀਂ ਸੀ ਮੰਨਦਾ। ਪਰ ਅੱਜ ਨਵਜੋਤ ਸਿੰਘ ਸਿੱਧੂ ਵੀ ਆਏ ਆ ਇੱਥੇ। ਨਵਜੋਤ ਸਿੰਘ ਸਿੱਧੂ ਵਿਧਾਇਕਾਂ ਵਾਲੀ ਕਤਾਰ ਦੇ ਵਿੱਚ ਪਿੱਛੇ ਜਾ ਕੇ ਬਹਿ ਗਏ, ਪਰ ਉਹਨਾਂ ਨੇ ਇੱਕ ਗੱਲ ਕੀਤੀ ਆ, ਉਹ ਕਮਾਲ ਦੀ ਗੱਲ ਆ। ਉਹ ਉਹਨਾਂ ਨੇ ਨਿੱਜੀ YouTube ਚੈਨਲ ਦੇ ਉੱਤੇ ਕੀਤੀ ਆ। ਉਹਨਾਂ ਨੇ ਅਸਿੱਧੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਵੀ ਵਾਰ ਕੀਤੇ ਆ, ਕਿਉਂਕਿ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਇਹਨਾਂ ਧਰਨਿਆਂ ਪ੍ਰਦਰਸ਼ਨਾਂ ਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਤੇ ਆਪਾਂ ਪੰਜਾਬ ਦਾ ਮਾਹੌਲ ਠੀਕ ਕਰ ਲਈਏ। ਕਿਉਂਕਿ ਜੇਕਰ ਅਸੀਂ ਫਲਾਂ ਦੇ ਉੱਤੇ, ਜੇਕਰ ਅਸੀਂ ਦਾਲਾਂ ਦੇ ਉੱਤੇ ਅਸੀਂ MSP ਦੇਣੀ ਸ਼ੁਰੂ ਕਰ ਦਈਏ ਤਾਂ ਪੰਜਾਬ ਦੇ ਕਿਸਾਨ ਖੁਸ਼ ਹੋ ਜਾਣਗੇ। ਪਰ ਇਵੇਂ ਨਹੀਂ ਕਰਨਾ, ਆਪਾਂ ਨੁਕਤਾ ਚੁੱਕਣਾ ਵੀ ਮਾਹੌਲ ਖਰਾਬ ਹੋ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਖੇਤੀ ਕਾਨੂੰਨਾਂ ਦੇ ਖਿਲਾਫ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਮਦਾਰ ਤਕਰੀਰਾਂ ਰਾਹੀਂ ਜਿੱਥੇ ਕੇਂਦਰ ਸਰਕਾਰ ਦੀ ਜੰਮ ਕੇ ਭੰਡੀ ਕੀਤੀ ਹੈ, ਉੱਥੇ ਹੀ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਨਿਸ਼ਾਨੇ ਵਿੰਨੇ ਨੇ। ਸਿੱਧੂ ਨੇ ਨਾਂ ਲਏ ਤੋਂ ਬਿਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਤਿੱਖਾ ਵਿਰੋਧ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਸੰਘਰਸ਼ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਲਗਭਗ 1.5 ਸਾਲ ਬਾਅਦ ਵਿਧਾਨ ਸਭਾ ਦੀ ਕਾਰਵਾਈ ਦਾ ਹਿੱਸਾ ਬਣਨ ਵਾਲੇ ਨਵਜੋਤ ਸਿੱਧੂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀਡੀਓ ਰਾਹੀਂ ਜਨਤਾ ਦੇ ਮੁਖਾਤਬ ਹੁੰਦਿਆਂ ਕਿਹਾ, ਕੇਂਦਰ ਨੇ ਇਹ 3 ਕਾਨੂੰਨ ਕਿਸਾਨਾਂ ਨੂੰ ਸਿਰਫ ਤੇ ਸਿਰਫ ਪੂੰਜੀਪਤੀਆਂ ਦਾ ਗੁਲਾਮ ਬਣਾਉਣ ਵਾਸਤੇ ਲਿਆਂਦੇ ਨੇ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੀਆਂ ਤਾਕਤਾਂ ਨੂੰ ਖਤਮ ਕਰਕੇ ਸਾਰੇ ਅਧਿਕਾਰ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਹੈ। ਇਹ ਕਾਨੂੰਨ ਸਿੱਧਾ ਸਾਡੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਵਾਲੇ ਨੇ। ਸਿੱਧੂ ਨੇ ਕਿਹਾ ਕਿ ਦੇਸ਼ ਨੂੰ ਸਿਰਫ 2 ਵੱਡੀਆਂ ਕੰਪਨੀਆਂ ਚਲਾ ਰਹੀਆਂ, ਜਿਸ ਤਰ੍ਹਾਂ ਗੋਰਿਆਂ ਨੇ ਈਸਟ ਇੰਡੀਆ ਕੰਪਨੀ ਚਲਾਈ ਸੀ, ਉਸੇ ਤਰ੍ਹਾਂ ਅੰਬਾਨੀ ਤੇ ਅਡਾਨੀ ਵਰਗੇ ਰਸੂਖਦਾਰ ਦੇਸ਼ ਨੂੰ ਚਲਾ ਰਹੇ ਨੇ। ਆਪਣੀ ਤਕਰੀਰ ਦੇ ਵਿੱਚ ਸਿੱਧੂ ਨੇ ਕਿਹਾ, ਪੰਜਾਬ ਦੀ 70% ਦੀ ਖੇਤੀ ਟਿਊਬਵੈਲਾਂ ਦੇ ਸਹਾਰੇ ਚੱਲਦੀ ਹੈ ਤੇ 1 ਕਿਲੋ ਝੋਨਾ ਪੈਦਾ ਕਰਨ ਦੇ ਲਈ 5300 ਤੇ 77 ਲੀਟਰ ਪਾਣੀ ਵਰਤਿਆ ਜਾਂਦਾ ਹੈ। ਅੱਜ ਜਿਹੜਾ ਪੰਜਾਬ ਚੌਲ ਖਾਂਦਾ ਹੀ ਨਹੀਂ ਹੈ ਜਾਂ ਬਹੁਤ ਘੱਟ ਖਾਂਦਾ ਹੈ, ਇਹਦੇ ਲਈ 1400 ਕਰੋੜ ਕਿਊਸਕ ਪਾਣੀ ਧਰਤੀ ਦੇ ਵਿੱਚੋਂ ਫਾਲਤੂ ਕੱਢਿਆ ਜਾ ਰਿਹਾ, ਜਿਹੜਾ ਭਰਪਾਈ ਹੋਣ ਦੀ ਲਿਮਟ ਤੋਂ ਕਿਤੇ ਜ਼ਿਆਦਾ ਵੱਧ ਕੇ ਹੈ। 1 ਕਿਊਬਿਕ ਮੀਟਰ ਦੇ ਵਿੱਚ 1000 ਲੀਟਰ ਪਾਣੀ ਆਉਂਦਾ ਹੈ, ਲਿਹਾਜ਼ਾ ਆਉਣ ਵਾਲੇ 5 ਤੋਂ 10 ਸਾਲ ਦੇ ਵਿੱਚ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ। ਸਿੱਧੂ ਨੇ ਕਿਹਾ ਕਿ ਅੱਜ ਜ਼ਮੀਨ ਦੇ ਵਿੱਚ ਘਟ ਰਹੇ ਪਾਣੀ ਦੇ ਪੱਧਰ ਕਰਕੇ ਛੋਟਾ ਕਿਸਾਨ ਕਰਜ਼ਾ ਲੈ ਕੇ ਟਿਊਬਵੈਲ ਲਾ ਰਿਹਾ, ਲਿਹਾਜ਼ਾ ਪੰਜਾਬ ਦੇਸ਼ ਨੂੰ ਜੀਰੀ ਨਹੀਂ ਸਗੋਂ ਪਾਣੀ ਐਕਸਪੋਰਟ ਕਰ ਰਿਹਾ, ਉਹ ਵੀ ਕਰਜ਼ਾ ਲੈ ਕੇ। ਪੰਜਾਬ ਸਰਕਾਰ ਦੇ ਉੱਤੇ ਅਸਿੱਧੇ ਤੌਰ ਤੇ ਹਮਲਾ ਕਰਦਿਆਂ ਸਿੱਧੂ ਨੇ ਕਿਹਾ, ਅੱਜ ਪੰਜਾਬ ਦੇ ਕਿਸਾਨ ਤੇ ਜਨਤਾ ਦੀਆਂ ਨਜ਼ਰਾਂ ਸਾਡੇ ਤੇ ਟਿਕੀਆਂ ਹੋਈਆਂ ਨੇ, ਲਿਹਾਜ਼ਾ ਸਰਕਾਰਾਂ ਨੂੰ ਕਿਸਾਨਾਂ ਨੂੰ ਭੜਕਾਉਣ ਦੀ ਬਜਾਏ ਮੁੱਦੇ ਦੇ ਉੱਤੇ ਆ ਕੇ ਹੱਲ ਦੇਣਾ ਚਾਹੀਦਾ। ਇਹੋ ਕਾਰਨ ਹੈ ਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦਾ ਸੱਚਾ ਸੰਘਰਸ਼ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਆਪਣਾ ਪੱਖ ਰੱਖਿਆ, ਹੁਣ ਲੋੜ ਹੈ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਤੋਂ ਬਿਨਾਂ ਸਿੱਧੂ ਨੇ ਕਿਹਾ ਕਿ ਝੰਡਿਆਂ ਤੇ ਡੰਡਿਆਂ ਦਾ ਸੰਘਰਸ਼ ਹੈ, ਇਸ ਨੂੰ ਇਹ ਕਹਿ ਦੇਣਾ ਕਿ ਬਾਹਰੀ ਤਾਕਤਾਂ ਚਲਾ ਰਹੀਆਂ ਨੇ ਜਾਂ ਇਸ ਨਾਲ ਪੰਜਾਬ ਦੇ ਹਾਲਾਤ ਵਿਗੜ ਜਾਣਗੇ, ਇਹ ਕਿਸਾਨਾਂ ਦੇ ਸੱਚੇ ਸੰਘਰਸ਼ ਦਾ ਨਿਰਾਦਰ ਵੀ ਹੈ ਤੇ ਅਪਮਾਨ ਵੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 31 ਦੇ ਵਿੱਚੋਂ 29 ਇੱਕ ਪਾਸੇ ਆ ਤੇ 2 ਇੱਕ ਪਾਸੇ ਹੋਊਗਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਗਿਣਤੀ ਦੇ ਵਿੱਚ ਵਾਧਾ ਅਸੀਂ ਮੰਨਦੇ ਹਾਂ ਕਿ ਕਈ ਕਾਰਨਾਂ ਦੇ ਕਰਕੇ ਹੋਇਆ, ਇੱਕ ਸੁਰਤਾ ਦੀ ਵੀ ਘਾਟ ਆ, ਕਈ ਸਿਆਸੀ ਲੋਕਾਂ ਦੀ ਬੁੱਕਲ ਦੇ ਵਿੱਚ ਵੀ ਬੈਠੀਆਂ। ਲੰਘੇ ਕੱਲ ਅਸੀਂ ਕਿਸਾਨ ਆਗੂ ਮਨਜੀਤ ਧਨੇਰ ਦੇ ਨਾਲ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਸਭ ਪਤਾ ਵੀ ਕੌਣ ਕਿੱਥੇ ਚੂੰਡੀ ਵੱਢਣ ਦੀ ਕੋਸ਼ਿਸ਼ ਕਰ ਰਿਹਾ, ਪਰ ਫਿਰ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਬਜ਼ੈਦਾ ਕਿ ਜਦੋਂ ਹੁਣ ਸਾਨੂੰ ਕੇਂਦਰ ਨੇ ਬਰੰਗ ਚਿੱਠੀ ਵਾਂਗੂ ਵਾਪਸ ਮੋੜ ਦਿੱਤਾ ਤਾਂ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਇੱਕ ਲਹਿਰ ਆ ਜਿਹੜੀ ਉਹ ਪ੍ਰਚੰਡ ਹੋਈ ਹੈ, ਅਸੀਂ ਅੱਗੇ ਵਧਾਂਗੇ। ਯਾਨੀ ਕਹਿਣ ਦਾ ਭਾਵ ਇਹ ਕਿ ਕਿਸਾਨ ਜਥੇਬੰਦੀਆਂ ਬਜ਼ੈਦਾ, ਜਿਹੜੇ ਲੋਕ ਨੇ ਉਹ ਵੀ ਇਸ ਵਕਤ ਧਰਨਿਆਂ ਤੇ ਆ, ਖੇਤ ਮਜ਼ਦੂਰ ਵੀ ਇਸ ਵਕਤ ਸੰਘਰਸ਼ ਦੇ ਰਾਹ ਦੇ ਉੱਤੇ ਆ, ਪਰ ਸਾਡੀਆਂ ਰਾਜਨੀਤਿਕ ਪਾਰਟੀਆਂ ਉਹੀ ਕੁੱਕੜ ਫੇ ਉਡਾ ਰਹੀਆਂ ਜਿਹੜੀਆਂ ਕਿ ਪਹਿਲਾਂ ਸੀ। ਅੱਜ ਬਿਕਰਮ ਸਿੰਘ ਮਜੀਠੀਆ ਹੋਰੀ ਟਰੈਕਟਰ ਦੇ ਮੂਹਰੇ ਰੋਸ ਲਿਖ ਕੇ ਤੇ ਆਏ ਆ ਵਿਧਾਨ ਸਭਾ ਦੇ ਵੱਲ, ਉਹਨਾਂ ਦੇ ਵੱਲੋਂ ਬਾਹਰ ਧਰਨਾ ਲਾ ਲਿਆ ਗਿਆ। ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਨੁਮਾਇੰਦੇ, ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਧਰਨਾ ਲਾ ਲਿਆ। ਸਿੱਟਾ ਕੀ ਨਿਕਲੂਗਾ ਸੋਚਣਾ ਵਿਚਾਰਨਾ ਇਹ ਬਣਦਾ। ਜਦੋਂ ਕੈਪਟਨ ਸਰਕਾਰ ਨੂੰ ਸਵਾਲ ਕਰਦੇ ਆ ਜੀ ਕਿ ਤੁਸੀਂ ਇਸ ਸੈਸ਼ਨ ਨੂੰ ਲੰਮਾ ਕਿਉਂ ਨਹੀਂ ਕਰਦੇ, ਪੰਜਾਬ ਦੇ ਇੰਨੇ ਵੱਡੇ ਮੁੱਦੇ ਆ, ਤੁਸੀਂ 1 ਦਿਨ 2 ਦਿਨ 3 ਦਿਨ ਦਾ ਸੈਸ਼ਨ ਰੱਖ ਦਿੰਦੇ, 15 ਦਿਨ ਦਾ ਕਿਉਂ ਨਹੀਂ ਰੱਖਦੇ? ਉਹਨਾਂ ਦੇ ਕੋਲੇ ਇੱਕ ਬਹਾਨਾ ਹੁੰਦਾ, ਕਹਿੰਦੇ ਜੀ ਇਹਨਾਂ ਨੇ 2 ਦਿਨ ਦੇ ਵਿੱਚ ਵੀ ਇਕੱਲਾ ਰੌਲਾ ਹੀ ਪਾਉਣਾ, 3 ਦਿਨ ਦੇ ਵਿੱਚ ਵੀ ਇਕੱਲਾ ਰੌਲਾ ਹੀ ਪਾਉਣਾ, 15 ਦਿਨ ਦੇ ਵਿੱਚ ਵੀ ਰੌਲਾ ਹੀ ਪਾਉਣਾ, ਇਸ ਕਰਕੇ 1 ਦਿਨ ਦੇ ਵਿੱਚ ਹੀ ਕੰਮ ਨਿਬੇੜ ਦੇਈਦਾ ਵੀ ਭਾਈ ਲੋਕਾਂ ਦਾ ਪੈਸਾ ਨਾ ਬਰਬਾਦ ਹੋਵੇ, ਯਾਨੀ ਕਿ 80 ਲੱਖ ਰੁਪਈਆ ਬਰਬਾਦ ਨਾ ਹੋਵੇ। ਪਰ ਚਾਹੀਦਾ ਇਹ ਹੈ ਕਿ ਜਦੋਂ ਪੰਜਾਬ ਦਾ ਮੁੱਦਾ ਹੋਵੇ, ਜਦੋਂ ਦੇਸ਼ ਦਾ ਮੁੱਦਾ ਹੋਵੇ, ਜਦੋਂ ਖੇਤਾਂ ਦਾ ਮੁੱਦਾ ਹੋਵੇ, ਜਦੋਂ ਜਵਾਨੀ ਦਾ ਮੁੱਦਾ ਹੋਵੇ, ਜਦੋਂ ਕਿਸਾਨੀ ਦਾ ਮੁੱਦਾ ਹੋਵੇ, ਜਦੋਂ ਧੀਆਂ ਭੈਣਾਂ ਦਾ ਮੁੱਦਾ ਹੋਵੇ, ਜਦੋਂ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਉਦੋਂ ਸੁਹਿਰਦ ਹੋ ਕੇ ਵਿਚਾਰ ਕੀਤੇ ਜਾਣ। ਇਸ ਵਕਤ ਰਾਜਨੀਤਿਕ ਪਾਰਟੀਆਂ ਛੁਰਲੀ ਛੱਡ ਰਹੀਆਂ 2022 ਦੇ ਮੱਦੇਨਜ਼ਰ। ਮੈਨੂੰ ਨਿੱਜੀ ਤੌਰ ਦੇ ਉੱਤੇ ਕੋਈ ਧਿਰ ਇਹੋ ਜਿਹੀ ਨਹੀਂ ਜਾਪਦੀ ਜਿਹੜੀ ਕਿ ਇਸ ਵਕਤ ਸਿਰਫ ਤੇ ਸਿਰਫ ਕਿਸਾਨੀ ਦੇ ਬਾਰੇ ਜਾਂ ਖੇਤ ਮਜ਼ਦੂਰਾਂ ਦੀ ਇੱਜ਼ਤ, ਉਹਨਾਂ ਦੀ ਰੋਟੀ, ਉਹਨਾਂ ਦੇ ਖੇਤ, ਉਹਨਾਂ ਦੇ ਰੁਜ਼ਗਾਰ ਦੇ ਬਾਰੇ ਸੋਚ ਰਹੀ ਹੈ। ਸਭ ਦੇ ਵੱਲੋਂ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਅਸੀਂ 1.25 ਸਾਲ ਬਾਅਦ 1.5 ਸਾਲ ਬਾਅਦ ਹੋਣ ਵਾਲੀਆਂ ਵੋਟਾਂ ਦੇ ਵਿੱਚ ਕਿਵੇਂ ਵੱਧ ਸੀਟਾਂ ਲੈਣੀਆਂ, ਅਸੀਂ ਕਿਸਾਨਾਂ ਦੀਆਂ ਨਜ਼ਰਾਂ ਦੇ ਵਿੱਚ ਕਿਵੇਂ ਚੰਗੇ ਬਣ ਕੇ ਰਹਿਣਾ ਤੇ ਸੁਹਿਰਦ ਹੋ ਕੇ ਨਿੱਠ ਕੇ ਕੰਮ ਕਰਨਾ, ਇਹ 2 ਵੱਖਰੀਆਂ ਗੱਲਾਂ ਹੈਗੀਆਂ। ਸੋ ਵਕਤ ਦੱਸੂਗਾ ਇਸ ਮਾਮਲੇ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਵਾਪਰਦਾ, ਪਰ ਜ਼ਰੂਰਤ ਇਸ ਵਕਤ ਇਸ ਗੱਲ ਦੀ ਹੈ ਕਿ ਕਿਸਾਨੀ ਦੇ ਨਾਂ ਦੇ ਉੱਤੇ ਖੇਡਾਂ ਨਾ ਖੇਡੀਆਂ ਜਾਣ। ਤੇ ਨਵਜੋਤ ਸਿੰਘ ਸਿੱਧੂ 1.5 ਸਾਲ ਬਾਅਦ ਅੱਜ ਵਿਧਾਨ ਸਭਾ ਦੇ ਵਿੱਚ ਪਹੁੰਚੇ ਆ, ਬੋਲੇ ਉਹ ਵੀ ਨਹੀਂ ਜਦੋਂ ਕੋਈ ਹੋਰ ਨਹੀਂ ਬੋਲਿਆ, ਤੇ ਅੱਜ ਉਹਨਾਂ ਨੇ ਵੀ ਕੀ ਬੋਲਣਾ ਸੀ, ਪਰ ਪਤਾ ਲੱਗਾ ਕਿ ਹਾਈ ਕਮਾਨ ਦੇ ਵੱਲੋਂ ਚਾਬੀ ਭਰੀ ਗਈ ਹੈ, ਇਸ ਕਰਕੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਅਪੜੇ ਆ। ਹੁਣ ਅੱਜ ਯਾਨੀ ਕਿ
20 ਤਰੀਕ ਨੂੰ ਉਹਨਾਂ ਦੇ ਵੱਲੋਂ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਜਾਊਗਾ, ਉਹ ਕੀ ਵਿੱਚ ਬੋਲਣਗੇ, ਕੀ ਉਹ ਆਪਣਾ ਕੋਈ ਨੁਕਤਾ ਪੇਸ਼ ਕਰਨਗੇ, ਇਹ ਵਕਤ ਦੱਸੂਗਾ। ਆਪਣੇ YouTube ਚੈਨਲ ਦੇ ਉੱਤੇ, ਆਪਣੇ Facebook ਸਫੇ ਦੇ ਉੱਤੇ ਉਹ ਕਾਫੀ ਕੁਝ ਬੋਲਦੇ ਆ, ਪਰ ਜ਼ਰੂਰਤ ਇਸ ਗੱਲ ਦੀ ਆ ਕੋਈ ਲਗਾਤਾਰਤਾ ਦੇ ਵਿੱਚ ਪੰਜਾਬ ਦੇ ਨੁਕਤੇ ਚੁੱਕਣ। ਉਹ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਅਸਿੱਧੇ ਤਰੀਕੇ ਦੇ ਨਾਲ ਵਾਰ ਕਰਦੇ ਆ। ਉਹਨਾਂ ਨੂੰ ਮੇਰੇ ਖਿਆਲ ਦੇ ਮੁਤਾਬਕ ਆਪਣੇ ਵਾਰ ਦੀ ਧਾਰ ਵੀ ਤਿੱਖੀ ਕਰਨੀ ਚਾਹੀਦੀ ਆ ਤੇ ਲੋਕ ਉਹਨਾਂ ਦੇ ਕੋਲੋਂ ਆਸਾਂ ਕਰਦੇ, ਇਸ ਕਰਕੇ ਆਸ ਦੇ ਉੱਤੇ ਖਰਾ ਉਤਰਨੀ ਉਹਨਾਂ ਨੂੰ ਕੋਸ਼ਿਸ਼ ਵੀ ਕਰਨੀ ਚਾਹੀਦੀ, ਨਾ ਕਿ ਅੱਜ ਬੋਲ ਕੇ ਡੇਢ ਮਹੀਨਾ ਫਿਰ ਟਿੱਬ ਜਾਣਾ ਚਾਹੀਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਜਿਵੇਂ ਅਸੀਂ ਪਹਿਲੀ ਖਬਰ ਦੇ ਵਿੱਚ ਗੱਲ ਕਹੀ ਹੈ, ਕੀ ਕਾਰਵਾਈ ਹੋਣੀ ਆ, ਕੀ ਨਹੀਂ ਹੋਣੀ, ਕੀ ਸਿੱਟਾ ਨਿਕਲਣਾ, ਕਿੰਨਾ ਖਖੌਰੂ ਪੈਣਾ, ਕਿਹਨੇ ਕਿਹਦਾ ਵਿਰੋਧ ਕਰਨਾ, ਕਿਹਨੇ ਵਾਕਆਊਟ ਕਰ ਜਾਣਾ, ਕਿਹਨੇ ਅੰਦਰ ਕਾਲੀ ਝੰਡੀ ਲੈ ਕੇ ਵੜ ਜਾਣਾ, ਕਿਹਨੇ ਬਾਹਰ ਹੀ ਰੌਲਾ ਪਾਉਣਾ, ਇਹ ਅੱਜ ਪਤਾ ਲੱਗ ਜਾਣਾ ਤੇ ਅੱਜ ਆਥਣ ਤੱਕ ਇਹਦੇ ਮੁਤਲਕ ਖਬਰਾਂ ਆਉਂਦੀਆਂ ਰਹਿਣੀਆਂ। ਪਰ ਜਿਹੜੀ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਇਹ ਹੈ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਜਾਗਦੇ ਸਿਰਾਂ ਵਾਲੇ ਲੋਕ, ਜਾਗਦੇ ਸਿਰਾਂ ਵਾਲੀ ਗੱਲ ਜ਼ਰੂਰ ਕਰਨੀ ਬਣਦੀ ਹੈ, ਕਿਉਂਕਿ ਸਾਰੇ ਜਾਗਦੇ ਸਿਰਾਂ ਵਾਲੇ ਅਸੀਂ ਨਹੀਂ ਆ। ਹਾਲੇ ਵੀ ਸਾਡੇ ਵਿੱਚੋਂ ਕਈ ਦਾਰੂ ਦੀ ਬੋਤਲ ਦੇ ਉੱਤੇ ਤੇ ਗੁਲਾਬੀ ਰੰਗ ਦੇ ਨੋਟ ਦੇ ਉੱਤੇ ਡੁੱਲਣ ਵਾਲੇ ਹੋਣਗੇ, ਪਰ ਜਿਹੜੇ ਜਾਗਦੇ ਸਿਰਾਂ ਵਾਲੇ ਲੋਕ ਆ ਉਹਨਾਂ ਨੇ ਰਾਜਨੀਤਿਕ ਲੋਕਾਂ ਦੇ ਨਾਸੀ ਧੂੰਆਂ ਲਿਆਂਦਾ ਪਿਆ। ਜਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਬੀਜੇਪੀ ਜਾਂ ਕਾਂਗਰਸ ਦੇ ਨੁਮਾਇੰਦਿਆਂ ਨੂੰ ਜਾਂ ਜਿਹੜੀ ਵੀ ਅਹੁਦੇ ਦੇ ਉੱਤੇ ਹੈਗੇ ਆ ਉਹਨਾਂ ਨੂੰ ਘੇਰਨ ਦਾ ਸਿਲਸਿਲਾ ਅੱਗੇ ਤੋਂ ਅੱਗੇ ਵੱਧ ਰਿਹਾ। ਆਉਂਦੇ ਸਮੇਂ ਦੇ ਵਿੱਚ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਸ ਮੁਤਲਕ ਜਾਗ ਲੱਗ ਜੇ। ਹਾਲਾਂਕਿ ਅਸੀਂ ਜਾਗਦੇ ਤਾਂ ਲੇਟ ਲਤੀਫੀ ਨਾਲ ਹੀ ਹੁੰਨੇ ਆ, ਪਰ ਆਸ ਕਰਨੀ ਬਣਦੀ ਆ ਜਦ ਤੱਕ ਸਾਸ ਤੇ ਤਦ ਤੱਕ ਆਸ, ਸਿਆਣੇ ਇਹ ਗੱਲ ਕਹਿੰਦੇ ਆ। ਆਸ ਹੈ ਇਸ ਗੱਲ ਦੀ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇੱਕ ਨਾ ਇੱਕ ਦਿਨ ਇੱਕ ਮੋੜ ਦੇ ਉੱਤੇ ਇਹੋ ਜਿਹੀ ਸਮਝ ਆਊਗੀ ਕਿ ਉਹ ਰਾਜਨੀਤਿਕ ਲੋਕਾਂ ਨੂੰ ਕਿਆ ਕਰਨਗੇ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਇਹ ਦੱਸੋ ਵੀ ਕਿੰਨੇ ਮਹੀਨਿਆਂ ਦੇ ਵਿੱਚ ਜਾਂ ਕਿੰਨੇ ਹਫ਼ਤਿਆਂ 'ਚ ਪੂਰਾ ਕਰੋਗੇ। ਕਿਉਂਕਿ ਹੁਣ ਤੱਕ ਤਾਂ ਅਸੀਂ ਇਹ ਕਦੇ ਗੱਲ ਪੁੱਛੀ ਨਹੀਂ। ਉਹ ਕਹਿੰਦੇ ਨੇ ਜੀ ਕਿ ਅਸੀਂ ਇੱਕ ਵਾਰੀ ਸਰਕਾਰ ਆ ਜੇ ਤੁਹਾਨੂੰ ਨੌਕਰੀਆਂ ਦੇ ਦਿਆਂਗੇ। ਨੌਕਰੀਆਂ ਦੇ ਵਿੱਚ ਤਾਂ ਪਤਾ ਨਹੀਂ ਕਿਹੋ ਜਿਹਾ ਝੋਲ ਆਉਂਦਾ, ਪਰ ਉਹਦੇ ਵਿੱਚ 5 ਸਾਲ ਹੁੰਦੇ ਜਦੋਂ ਸਰਕਾਰ ਆਉਂਦੀ ਹੈ। ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਚੌਥੇ ਸਾਲ ਨੌਕਰੀ ਮਿਲਣੀ ਆ, 4.5 ਸਾਲ ਬਾਅਦ ਮਿਲਣੀ ਆ, 3 ਸਾਲ ਬਾਅਦ ਮਿਲਣੀ ਆ। ਅਸੀਂ ਉੱਦਾਂ ਬਹੁਤ ਬੋਲ ਲੈਂਦੇ ਹਾਂ, ਪਰ ਜਿੱਥੇ ਬੋਲਣਾ ਉੱਥੇ ਬੋਲਦੇ ਨਹੀਂ। ਪਰ ਹੁਣ ਜਿਸ ਤਰੀਕੇ ਨਾਲ ਰਾਜਨੀਤਿਕ ਲੋਕਾਂ ਨੂੰ ਘੇਰਾ ਪੈ ਰਿਹਾ, ਜਿਵੇਂ ਰਾਜਾ ਵੜਿੰਗ ਨੂੰ ਗੁਰੂਸਰ ਪਿੰਡ ਦੇ ਵਿੱਚ ਘੇਰਿਆ ਗਿਆ, ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਜਾਂਦਿਆਂ ਜਾਂਦਿਆਂ ਵਿਜੇ ਸਾਂਪਲਾ ਨੂੰ ਘੇਰਿਆ ਗਿਆ, ਜਿਸ ਤਰੀਕੇ ਨਾਲ ਮਾਲਵੇ ਦੇ ਇੱਕ ਖੇਤਰ ਦੇ ਵਿੱਚ ਮੁਹੰਮਦ ਸਦੀਕ ਨੂੰ ਘੇਰਿਆ ਗਿਆ, ਮਤਲਬ ਇਹ ਆ ਵੀ ਲੋਕ ਜਾਗ ਰਹੇ ਆ। ਜਿਵੇਂ ਗੁਰੂਸਰ ਪਿੰਡ ਦੇ ਵਿੱਚ ਘਰ ਦੇ ਦਰਵਾਜ਼ਿਆਂ ਦੇ ਉੱਤੇ, ਤਖਤਿਆਂ ਦੇ ਉੱਤੇ ਪੋਸਟਰ ਲੱਗੇ ਆ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਕਿਰਪਾ ਕਰਕੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਇੱਕ ਵੀ ਨੇਤਾ ਸਾਡੇ ਪਿੰਡ ਦੇ ਵਿੱਚ, ਸਾਡੇ ਕਿਸੇ ਵੀ ਘਰ ਦੇ ਵਿੱਚ ਦਾਖਲ ਹੋਣ ਦੀ ਖੇਚਲ ਨਾ ਕਰੇ, ਤੇ ਜੇਕਰ ਕਰੂਗਾ ਤਾਂ ਪੜ੍ਹਿਆ ਵਿਚਾਰੂਗਾ। ਇਹ ਜਿਹੜੇ ਪੋਸਟਰ ਆ ਉਹ ਪੰਜਾਬ ਦੇ ਕਈ ਹੋਰ ਪਿੰਡਾਂ ਦੇ ਵਿੱਚ ਵੀ ਲੱਗਣੇ ਸ਼ੁਰੂ ਹੋ ਗਏ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨਾਂ ਦੇ ਹੱਕਾਂ ਵਾਸਤੇ ਲੜ ਰਹੀਆਂ ਜਥੇਬੰਦੀਆਂ ਦੇ ਮੋਹਰੀ ਆਗੂਆਂ ਵੱਲੋਂ ਕਿਸਾਨਾਂ ਖਿਲਾਫ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਭਾਵੇਂ ਮੁੱਖ ਮੰਤਰੀ ਤੇ ਭਾਜਪਾ ਨੂੰ ਦੋਸ਼ੀ ਬਣਾਇਆ ਜਾ ਰਿਹਾ, ਪਰ ਕਿਸਾਨ ਨੇਤਾਵਾਂ ਵੱਲੋਂ ਅਕਾਲੀ ਦਲ ਨੂੰ ਵੀ ਇਸ ਪੱਖ ਤੋਂ ਬਖਸ਼ਿਆ ਨਹੀਂ ਜਾ ਰਿਹਾ ਤੇ ਕਾਂਗਰਸ ਵੀ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ਦੇ ਉੱਤੇ ਆ। ਤਿੰਨਾਂ ਦੇ ਵਿੱਚੋਂ ਦੋ ਧਿਰਾਂ ਭਾਜਪਾ ਤੇ ਅਕਾਲੀ ਦਲ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮਜ਼ਬੂਤ ਘੇਰਾਬੰਦੀ ਦੇ ਵਿੱਚੋਂ ਬਾਹਰ ਨਿਕਲ ਸਕਣ। ਅਜਿਹੀਆਂ ਕੋਸ਼ਿਸ਼ਾਂ ਦੇ ਵਿੱਚ ਭਾਜਪਾ ਦੀਆਂ ਦਲੀਲਾਂ ਤੇ ਅਪੀਲਾਂ ਨੂੰ ਕਿਸਾਨ ਅਸਲੋਂ ਹੀ ਸੁਣਨ ਨੂੰ ਤਿਆਰ ਨਹੀਂ, ਜਦ ਕਿ ਅਕਾਲੀ ਦਲ ਦੇ ਕੋਲ ਵੀ ਅਜਿਹੀ ਕੋਈ ਠੋਸ ਦਲੀਲ ਨਹੀਂ ਹੈ ਕਿ ਉਹ ਕਿਸਾਨਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੁਝ ਘੰਟੇ ਪਹਿਲਾਂ ਤਿਆਗੀ ਗਈ ਕੁਰਸੀ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਾਈਵ ਹੋ ਕੇ ਖੇਤੀ ਆਰਡੀਨੈਂਸ ਦੀ ਕੀਤੀ ਗਈ ਹਾਂ ਪੱਖੀ ਠੋਸ ਵਕਾਲਤ ਨੂੰ ਝੂਠਾ ਪਾ ਸਕਣ ਦੇ ਸਮਰੱਥ ਹੋਣ। ਕਾਂਗਰਸ ਪਾਰਟੀ ਵੀ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਅਜਿਹੀ ਹੀ ਸਥਿਤੀ ਵਿੱਚ ਘਿਰੀ ਹੋਈ ਹੈ। ਤਿੰਨੇ ਧਿਰਾਂ ਕਿਸਾਨਾਂ ਦੇ ਘੇਰੇ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਰੱਸਾਕਸ਼ੀ ਤਾਂ ਕਰ ਰਹੀਆਂ ਨੇ, ਪਰ ਹਾਲੇ ਤੱਕ ਕਿਸੇ ਦੇ ਪਿੜ ਪੱਲੇ ਕੁਝ ਪੈਂਦਾ ਦਿਖਾਈ ਨਹੀਂ ਦੇ ਰਿਹਾ। ਭਾਜਪਾ ਤੇ ਅਕਾਲੀ ਦਲ ਦੋਹਰੀ ਲੜਾਈ ਲੜ ਰਿਹਾ। ਇੱਕ ਤਾਂ ਉਹ ਕਿਸਾਨਾਂ ਵੱਲੋਂ ਲਾਏ ਇਲਜ਼ਾਮਾਂ ਦੇ ਵਿੱਚੋਂ ਬਰੀ ਹੋ ਕੇ ਨਿਕਲਣ ਵਾਸਤੇ ਲੜ ਰਹੇ ਨੇ, ਦੂਜੀ ਲੜਾਈ ਉਹਨਾਂ ਨੇ 2022 ਵਾਲੇ ਚੋਣ ਦੰਗਲ ਨੂੰ ਸਰ ਕਰਨ ਲਈ ਲੜਨੀ ਹੈ। ਕਾਂਗਰਸ ਪਾਰਟੀ ਇਸ ਵੇਲੇ ਇਕਹਿਰੀ ਲੜਾਈ ਲੜ ਰਹੀ ਹੈ ਤੇ ਇਸ ਲੜਾਈ ਵਿੱਚ ਵੀ ਉਸ ਮੂਹਰੇ ਭਾਜਪਾ ਤੇ ਅਕਾਲੀ ਦਲ ਦੇ ਮੁਕਾਬਲੇ ਚੁਣੌਤੀਆਂ ਘੱਟ ਨੇ। ਕਾਂਗਰਸ ਪਾਰਟੀ ਕੋਲ ਪੰਜਾਬ ਅੰਦਰਲੀ ਸੱਤਾ ਹੋਣ ਕਰਕੇ ਉਸ ਕੋਲ ਕਿਸਾਨ ਦੇ ਪੱਖ ਦੇ ਵਿੱਚ ਉਸਾਰੂ ਤੇ ਲਾਹੇਵੰਦ ਫੈਸਲੇ ਲੈ ਸਕਣ ਦੀ ਸਮਰੱਥਾ ਹੈ। ਹਾਲੇ ਤੱਕ ਲਏ ਤਾਂ ਨਹੀਂ, ਪਰ ਵਕਤ ਦੱਸੇਗਾ ਬਣਦਾ ਕੀ ਹੈ। ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਕਿਸਾਨਾਂ ਦੀ ਲੜਾਈ ਨੂੰ ਸ਼ਿੱਦਤ ਨਾਲ ਲੜ ਰਹੀ ਹੈ, ਪਰ ਉਸ ਉੱਪਰ ਅਜੇ ਤੱਕ ਕੋਈ ਇਲਜ਼ਾਮ ਨਹੀਂ ਲੱਗਾ ਕਿ ਉਹ ਕਿਸਾਨੀ ਸੰਘਰਸ਼ ਦੇ ਤਪਦੇ ਚੁੱਲ੍ਹੇ ਦੇ ਉੱਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਦੇ ਵਿੱਚ ਹੈ। ਆਮ ਆਦਮੀ ਪਾਰਟੀ ਦੇ ਮੋਹਰੀ ਨੇਤਾ ਜਾਂ ਵਰਕਰਾਂ ਨੇ ਜਿੱਥੇ ਵੀ ਕਿਸਾਨੀ ਘੋਲ 'ਚ ਸ਼ਿਰਕਤ ਕੀਤੀ ਹੈ, ਉੱਥੇ ਪਿਛਲੀ ਕਤਾਰ ਦੇ ਵਿੱਚ ਬੈਠ ਕੇ ਕੀਤੀ ਹੈ। ਆਪ ਆਗੂਆਂ ਨੇ ਕਿਸੇ ਵੀ ਘੋਲ ਦੀ ਕਮਾਂਡ ਨੂੰ ਆਪਣੇ ਹੱਥ ਵਿੱਚ ਲੈਣ ਦੀ ਥਾਂ ਕਿਸਾਨਾਂ ਦੀ ਹਾਂ ਦੇ ਵਿੱਚ ਹਾਂ ਹਿੱਕ ਥਾਪੜ ਕੇ ਮਿਲਾਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਕਿਸੇ ਰਾਜਨੀਤਿਕ ਵਿਅਕਤੀ ਦੇ ਨਾਲ ਸਾਡਾ ਕੋਈ ਮਤਭੇਦ ਹੋਵੇ ਜਾਂ ਕਿਸੇ ਨਾਲ ਨੇੜਤਾ ਹੋਵੇ, ਇੱਦਾਂ ਦੀ ਗੱਲ ਨਹੀਂ ਹੈ। ਪਰ ਪਿਛਲੇ ਦਿਨੀ ਇੱਕ ਧਰਨੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰੀ ਗਏ ਸੀ।
ਉਹਨਾਂ ਦੇ ਵੱਲੋਂ ਕਹੀ ਗਈ ਇੱਕ ਗੱਲ ਹੈ ਜਿਹੜੀ ਉਹ ਪ੍ਰਭਾਵਿਤ ਜ਼ਰੂਰ ਕਰਦੀ ਹੈ। ਹੋ ਸਕਦਾ ਉਹਨਾਂ ਦੇ ਵਿੱਚ ਲੱਖ ਗਲਤੀਆਂ ਹੋਣ, ਉਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਨੁੱਖ ਹੋਣ ਦੇ ਨਾਤੇ ਗਲਤ ਹੋਣਗੇ ਵੀ ਤੇ ਹੋ ਵੀ ਸਕਦੇ ਆਉਂਦੇ ਸਮੇਂ 'ਚ, ਪਰ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਮੈਂ ਚਾਹੁੰਦਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਉਹਨਾਂ ਦੇ ਵੱਲੋਂ ਕੁਰਸੀ ਦਾ ਲਾਲਚ ਛੱਡ ਕੇ ਤੇ ਪੰਜਾਬ ਦਾ ਫਿਕਰ ਕੀਤਾ ਜਾਵੇ। ਮੈਨੂੰ ਜਿੱਥੇ ਵੀ ਕਹੋ ਮੈਂ ਅਖੀਰਲੀ ਕਤਾਰ ਦੇ ਵਿੱਚ ਬਹਿਣ ਨੂੰ ਤਿਆਰ ਹਾਂ ਤੇ ਮੈਂ ਲੋਕਾਂ ਦੇ ਨਾਲ ਵਾਅਦਾ ਕਰਦਾ ਕਿ ਮੈਂ ਕਿਸੇ ਕੁਰਸੀ ਦੇ ਲਈ, ਕਿਸੇ ਵੀ ਅਹੁਦੇ ਦੇ ਲਈ ਬਿਲਕੁਲ ਲੜਾਈ ਨਹੀਂ ਲੜਦਾ। ਮੈਨੂੰ ਇੱਕ ਕਿਸਾਨ ਸਮਝੋ ਤੇ ਮੈਨੂੰ ਅਖੀਰ ਦੇ ਉੱਤੇ ਬਿਠਾ ਲਓ, ਮੈਂ ਮੂਹਰੇ ਬਹਿਣਾ ਹੀ ਨਹੀਂ। ਜੇਕਰ ਪੰਜਾਬ ਦੀਆਂ ਬਾਕੀ ਪਾਰਟੀਆਂ ਦੇ ਨੇਤਾ ਵੀ ਇਹ ਗੱਲ ਕਹਿਣ, ਇੱਥੇ ਕੈਪਟਨ ਅਮਰਿੰਦਰ ਸਿੰਘ ਇੱਕ ਧਰਨੇ 'ਚ ਜਾਣ, ਉਹ ਕਹਿਣ ਜੀ ਸਾਨੂੰ ਕੋਈ ਕੁਰਸੀ ਦਾ ਲਾਲਚ ਨਹੀਂ, ਅਸੀਂ ਤਾਂ ਕਿਸਾਨੀ ਬਚਾਉਣ ਦੇ ਲਈ ਉਹ ਅਖੀਰ ਦੇ ਉੱਤੇ ਬੈਠਣ ਲੱਗੇ ਹਾਂ। ਇਵੇਂ ਸੁਖਬੀਰ ਸਿੰਘ ਬਾਦਲ ਹੋਰੀ ਵੀ ਜਾਣ, ਇਵੇਂ ਬਿਕਰਮ ਸਿੰਘ ਮਜੀਠੀਆ ਹੋਰੀ ਵੀ ਜਾਣ, ਇਵੇਂ ਭਗਵੰਤ ਮਾਨ ਤੇ ਕੇਜਰੀਵਾਲ ਹੋਰੀ ਵੀ ਜਾਣ ਵੀ ਸਾਨੂੰ ਕੁਰਸੀ ਚਾਹੀਦੀ ਹੀ ਨਹੀਂ, ਅਸੀਂ ਤਾਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਨੂੰ ਬਚਾਉਣ ਦੇ ਲਈ, ਖੇਤਾਂ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਕਰਨ ਆਏ ਆ। ਤਾਂ ਮੇਰਾ ਖਿਆਲ ਆ ਵੀ ਨਤੀਜਾ ਬਹੁਤ ਜਲਦੀ ਤੇ ਬਹੁਤ ਵਧੀਆ ਨਿਕਲੂਗਾ, ਪਰ ਇੱਦਾਂ ਹੋਣਾ ਨਹੀਂ। ਉਹਦਾ ਕਾਰਨ ਇਹ ਆ ਵੀ ਕੁਰਸੀ ਦੀ ਖਾਤਰ ਤਾਂ ਆਪਾਂ ਮੁੱਦੇ ਚੁੱਕਣੇ ਆ। ਮੈਂ ਕਿਸੇ ਇੱਕ ਸਿਆਸੀ ਪਾਰਟੀ ਦੀ ਗੱਲ ਨਹੀਂ ਕਰਦਾ, ਸਾਰੀਆਂ ਸਿਆਸੀ ਪਾਰਟੀਆਂ 19-21 ਦੇ ਫਾਸਲੇ ਨਾਲ ਇੱਕੋ ਜਿਹੀਆਂ। ਉਹਨਾਂ ਨੇ ਤਪਦੇ ਤੰਦੂਰ ਦੇ ਉੱਤੇ ਆਪਦੇ ਫੁਲਕੇ ਲਾਉਣੇ, ਆਪਦੀਆਂ ਰੋਟੀਆਂ ਲਾਉਣੀਆਂ ਤੇ ਲਾ ਵੀ ਰਹੇ ਤੇ ਲਾ ਵੀ ਚੁੱਕੇ ਆ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਖਬਰ ਆਈ ਹੈ ਵੀ ਵੱਖ-ਵੱਖ ਸਿਆਸੀ ਪਾਰਟੀਆਂ ਗੁਣਾ ਘਟਾਓ ਕਰ ਰਹੀਆਂ, ਜਰਬਾਂ ਤਕਸੀਮਾਂ ਕਰਨ ਦੇ ਵਿੱਚ ਜੁਟੀਆਂ ਹੋਈਆਂ, ਪਰ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਜਿਹੜੇ ਪੰਜਾਬ ਦੇ ਕਿਸਾਨ ਆ, ਜਿਹੜੇ ਪੰਜਾਬ ਦੇ ਖੇਤ ਮਜ਼ਦੂਰ ਆ, ਉਹਨਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤਿਕ ਲੋਕਾਂ ਨੂੰ ਘੇਰਾ ਪਾਇਆ ਜਾ ਰਿਹਾ। ਲੰਘੇ ਦਿਨ ਅਸੀਂ ਲੁਧਿਆਣੇ ਦੇ ਵੱਲ ਗਏ ਸੀ ਤੇ ਉੱਥੇ ਰਾਹ ਦੇ ਵਿੱਚ ਟੋਲ ਪਲਾਜ਼ਾ ਪੈਂਦਾ, ਜਦੋਂ ਜਲੰਧਰ ਤੋਂ ਲੁਧਿਆਣੇ ਨੂੰ ਜਾਂਦੇ ਆ, ਉੱਥੇ ਔਰਤਾਂ ਵੀ ਮੜਾਸੇ ਮਾਰ ਕੇ ਸੜਕਾਂ ਦੇ ਵਿਚਾਲੇ ਬੈਠੀਆਂ। ਜਿਹੜੀਆਂ ਔਰਤਾਂ ਨੂੰ ਅਸੀਂ ਕਹਿੰਦੇ ਵੀ ਇਹ ਚੁੱਲ੍ਹੇ ਚੌਂਕੇ ਤੱਕ ਸੀਮਤ ਆ, ਜਦੋਂ ਉਹ ਵੀ ਘਰਾਂ ਦੇ ਵਿੱਚੋਂ ਨਿਕਲ ਕੇ ਤੇ ਰੜੀਆਂ ਸੜਕਾਂ ਦੇ ਉੱਤੇ ਬੈਠੀਆਂ। ਮਤਲਬ ਇਹ ਆ ਕਿ ਇਹ ਅੰਦੋਲਨ ਬਹੁਤ ਸਿਖਰ ਦੇ ਵੱਲ ਜਾ ਸਕਦਾ ਜੇਕਰ ਇਹਨੂੰ ਸੰਨ ਨਾ ਲੱਗੀ ਤਾਂ। ਭਾਰਤ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਬਹੁਤ ਵੱਡੇ ਸੁਧਾਰ ਹੋਏ ਆ। ਜੇਕਰ ਤੁਹਾਡੇ ਮੂਹਰੇ ਮੈਂ ਇਹ ਗੱਲ ਕਰਾਂ ਤਾਂ ਸ਼ਾਇਦ ਤੁਸੀਂ ਇਹ ਗੱਲ ਕਹੋ ਵੀ ਇਹ ਤਾਂ ਝੂਠੀਆਂ ਖਬਰਾਂ ਪੇਸ਼ ਕਰਦਾ। ਜੇ ਮੈਂ ਇਹ ਗੱਲ ਕਹਾਂ ਕਿ ਭਾਰਤ ਦੇ ਵਿੱਚ ਜੋ ਕੁਝ ਹੁਣ ਹੋ ਗਿਆ ਇਹ ਕਦੇ ਹੋਇਆ ਹੀ ਨਹੀਂ ਸੀ 6.5 ਸਾਲ ਪਹਿਲਾਂ, ਇਹ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਕਰਕੇ ਹੋ ਗਿਆ। ਤੁਸੀਂ ਇਹ ਗੱਲ ਕਹੋਗੇ ਵੀ ਇਹ ਵੀ ਮੋਦੀ ਦੀ ਗੋਦੀ ਦੇ ਵਿੱਚ ਬੈਠਾ ਹੋਇਆ ਬੰਦਾ, ਪਰ ਅਸਲੀਅਤ ਇਹ ਹੈ ਕਿ ਇਹ ਗੱਲਾਂ ਸਾਰੀਆਂ ਮੋਦੀ ਸਾਹਿਬ ਨੇ ਅੱਜ ਆਪਣੇ ਮੂੰਹੋਂ ਕਹੀਆਂ ਮੈਸੂਰ ਦੀ ਇੱਕ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 6.5 ਸਾਲ ਤੋਂ ਭਾਰਤ ਦੇ ਵਿੱਚ ਸੁਧਾਰਾਂ ਦੀ ਇੱਕ ਇਹੋ ਜਿਹੀ ਲਹਿਰ ਚੱਲੀ ਹੈ ਜਿਹੜੀ ਕਦੇ ਚੱਲੀ ਹੀ ਨਹੀਂ ਸੀ। ਉਹਨਾਂ ਨੇ ਕਿਹਾ ਜੀ ਕਿ ਅਸੀਂ ਇੱਧਰ ਸਿੱਖਿਆ ਦੇ ਖੇਤਰ 'ਚ ਵੀ ਲਹਿਰ ਚਲਾਤੀ, ਅਸੀਂ ਸੁਧਾਰ ਬਹੁਤ ਵੱਡਾ ਸਿਹਤ ਦੇ ਖੇਤਰ 'ਚ ਵੀ ਕਰਤਾ। ਤੇ ਕਮਾਲ ਦੀ ਗੱਲ ਹੈ ਜਿਹੜੀ, ਧਿਆਨ ਨਾਲ ਸੁਣਿਓ, ਉਹ ਕਹਿੰਦੇ ਹੁਣੇ ਅਸੀਂ ਖੇਤੀ ਦੇ ਖੇਤਰ 'ਚ ਵੀ ਬਹੁਮੁੱਲਾ ਸੁਧਾਰ ਕੀਤਾ। ਮਤਲਬ ਇਹ ਆ ਵੀ ਜਿਹੜੇ ਖੇਤੀ ਕਾਨੂੰਨ ਲੈ ਕੇ ਆਉਂਦੇ ਆ ਉਹ ਹਾਲੇ ਵੀ ਇਹ ਗੱਲ ਕਹਿੰਦੇ ਵੀ ਅਸੀਂ ਬਹੁਤ ਕਮਾਲ ਦਾ ਸੁਧਾਰ ਕੀਤਾ ਤੇ ਟੀਚਰ ਕੀਤੀ ਉਹਨਾਂ ਨੇ, ਟਿੱਚ ਜਾਣਿਆ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਧਰਨਿਆਂ ਦੇ ਉੱਤੇ ਬੈਠੇ ਆ। ਯਾਨੀ ਕਿ ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਜੀ ਕਿ ਆਓ ਜਾਂ ਬੁਲਾਓ ਤੇ ਆਪਾਂ ਬਹਿ ਕੇ ਇੱਥੇ ਖੇਤੀ ਕਾਨੂੰਨਾਂ ਦੇ ਮੁਤਲਕ ਵਿਚਾਰ ਚਰਚਾ ਕਰੀਏ। ਉਹ ਕਹਿੰਦੇ ਜੀ ਅਸੀਂ ਸੁਧਾਰ ਹੀ ਕਮਾਲ ਦਾ ਕਰਤਾ। ਪਰ ਬੀਜੇਪੀ ਦੇ ਜਿਹੜੇ ਨੇਤਾ ਇਹਨਾਂ ਗੱਲਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਆ ਕਿ ਕੇਂਦਰ ਨੇ ਜੋ ਕਰਤਾ ਸਹੀ ਕਰਤਾ, ਉਹ ਗਮਲਿਆਂ ਦੇ ਵਿੱਚ ਮੂਲੀਆਂ ਲਾਉਣ ਵਾਲੇ ਆ। ਉਹਨਾਂ ਦੇ ਵਿੱਚੋਂ ਕਈਆਂ ਨੂੰ ਇਹ ਨਹੀਂ ਪਤਾ ਕਿ ਕਣਕ ਦਾ ਬੂਟਾ ਹੁੰਦਾ ਕਿ ਦਰਖਤ ਹੁੰਦਾ। ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਸ਼ਲਗਮ ਧਰਤੀ ਦੇ ਵਿੱਚ ਹੁੰਦਾ ਕਿ ਇਹ ਟੀਸੀ ਦੇ ਉੱਤੇ ਲੱਗਦਾ। ਸੋ ਉਹ ਗੱਲਾਂ ਕਰਦੇ ਜਿਹੜੀਆਂ ਕਿ ਉਹਨਾਂ ਦੀ ਪਾਰਟੀ ਹਾਈ ਕਮਾਨ ਨੂੰ ਪਸੰਦ ਆਉਂਦੀਆਂ। ਸੋ ਮੋਦੀ ਸਾਹਿਬ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਗੱਲ ਕਹੀ ਗਈ ਹੈ ਕਿ 6 ਵਰਿਆਂ ਦੇ ਵਿੱਚ, ਸਵਾ 6 ਵਰਿਆਂ ਦੇ ਵਿੱਚ ਸੁਧਾਰਾਂ ਦੀ ਇੱਕ ਲਹਿਰ ਚੱਲ ਪਈ ਹੈ, ਸੁਧਾਰ ਤੇ ਸੁਧਾਰਾਂ ਦਾ ਦਾਇਰਾ ਇਹ ਬਾਕਮਾਲ ਤਰੀਕੇ ਨਾਲ ਵਧਿਆ। ਮੇਰੀਆਂ ਤਾਂ ਕੱਛਾਂ ਹੱਸਦੀਆਂ ਇਸ ਗੱਲ ਨੂੰ ਸੁਣ ਕੇ। ਹੋ ਸਕਦਾ ਕਈ ਟੀਵੀ ਚੈਨਲਾਂ ਨੂੰ ਇਹ ਵੀ ਲੱਗਦਾ ਹੋਵੇ ਵੀ ਤਾਂ ਕਮਾਲ ਹੋ ਗਈ ਹੈ, ਬਿਲਕੁਲ ਸਹੀ ਗੱਲ ਕਹੀ ਗਈ ਹੈ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਕਿ ਦੇਸ਼ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਚੌਤਰਫਾ ਸੁਧਾਰ ਹੋਏ ਨੇ ਤੇ ਪਿਛਲੇ ਕੁਝ ਮਹੀਨਿਆਂ ਤੋਂ ਇਸ ਦੀ ਰਫ਼ਤਾਰ ਤੇ ਦਾਇਰਾ ਦੋਵਾਂ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਕਿ 21ਵੀਂ ਸਦੀ ਭਾਰਤ ਦੀ ਹੋਵੇ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੈਸੂਰ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ PM ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਸਰਬਪੱਖੀ ਸੁਧਾਰ ਹੋ ਰਹੇ ਨੇ। ਅਜਿਹੇ ਸੁਧਾਰ ਪਹਿਲਾਂ ਕਦੇ ਨਹੀਂ ਹੋਏ। ਪਹਿਲਾਂ ਕੁਝ ਫੈਸਲੇ ਹੁੰਦੇ ਵੀ ਸਨ ਤਾਂ ਉਹ ਕਿਸੇ ਇੱਕ ਖੇਤਰ ਦੇ ਵਿੱਚ ਹੁੰਦੇ ਸਨ ਤੇ ਦੂਜੇ ਖੇਤਰ ਛੱਡ ਦਿੱਤੇ ਜਾਂਦੇ ਸਨ। ਉਹਨਾਂ ਨੇ ਕਿਹਾ ਕਿ ਪਿਛਲੇ 6 ਵਰਿਆਂ ਦੇ ਵਿੱਚ ਬਹੁਤ ਕੁਝ ਸੁਧਾਰਿਆ ਗਿਆ ਤੇ ਬਹੁਤ ਖੇਤਰਾਂ ਦੇ ਵਿੱਚ ਸੁਧਾਰ ਹੋਣੇ ਵੀ ਨੇ। ਖੇਤੀਬਾੜੀ ਦੇ ਖੇਤਰ ਦੇ ਵਿੱਚ ਤਾਜ਼ਾ ਸੁਧਾਰਾਂ ਸਮੇਤ ਹੋਰ ਸੁਧਾਰਾਂ ਦਾ ਜ਼ਿਕਰ ਕਰਦਿਆਂ ਸਿੱਖਿਆ ਵਿੱਚ ਸੁਧਾਰ ਦੇ ਲਈ ਲਿਆਂਦੀ ਰਾਸ਼ਟਰੀ ਸਿੱਖਿਆ ਨੀਤੀ, ਮਜ਼ਦੂਰਾਂ ਲਈ ਸੁਧਾਰ। ਮੋਦੀ ਨੇ ਕਿਹਾ ਕਿ ਇਹ ਸੁਧਾਰ ਇਸ ਲਈ ਕੀਤੇ ਜਾ ਰਹੇ ਨੇ ਤਾਂ ਕਿ ਇਹ ਦਹਾਕਾ ਭਾਰਤ ਦਾ ਦਹਾਕਾ ਬਣ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6-7 ਮਹੀਨਿਆਂ ਤੋਂ ਸੁਧਾਰ ਦੀ ਗਤੀ ਤੇ ਦਾਇਰਾ ਦੋਵੇਂ ਵੱਧ ਰਹੇ ਨੇ। ਹਰ ਖੇਤਰ ਦੇ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਚਾਹੇ ਉਹ ਖੇਤੀ ਹੋਵੇ ਜਾਂ ਪੁਲਾੜ, ਰੱਖਿਆ ਹੋਵੇ ਜਾਂ ਹਵਾਬਾਜ਼ੀ, ਕਿਰਤ ਹੋਵੇ ਜਾਂ ਕੋਈ ਹੋਰ ਖੇਤਰ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਸੰਖੇਪ ਦੇ ਵਿੱਚ ਇਹ ਗੱਲ ਕਹਿਣੀ ਬਣਦੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਹਾਲੇ ਵੀ ਇਹ ਗੱਲ ਕਹਿੰਦੇ ਕਿ ਖੇਤੀ ਸੁਧਾਰ ਇੱਕ ਚਮਤਕਾਰੀ ਗੱਲ ਹੈ,
ਇਹਦਾ ਮਤਲਬ ਇਹ ਆ ਕਿ ਇਹ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਸੰਘਰਸ਼ ਹੈ ਇਹਨੂੰ ਹੋਰ ਲੰਮਾ ਲਿਜਾਣ ਦੀ ਲੋੜ ਹੈ। ਤੇ ਮੇਰੀ ਬੇਨਤੀ ਇੱਕ ਇਹ ਹੈ ਪੰਜਾਬ ਦੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੂੰ, ਉਹਨਾਂ ਨੂੰ ਚਾਹੀਦਾ ਜੀ ਕਿ ਇਸ ਵਕਤ ਉਹ ਆਪਣੀਆਂ ਖੇਤਰੀ ਪਾਰਟੀਆਂ, ਪੰਜਾਬ ਦੀਆਂ ਰਾਜਨੀਤਿਕ ਧਿਰਾਂ ਦੇ ਉੱਤੇ ਦਬਾਅ ਬਣਾਉਣ ਕਿ ਅਸੀਂ ਇੱਥੇ ਮੋਰਚਾ ਸੰਭਾਲਿਆ ਹੋਇਆ, ਤੁਸੀਂ ਜਾਓ ਸਾਰੇ ਜਾਣੇ, ਭਾਵੇਂ ਅਕਾਲੀ ਦਲ ਦੇ ਆਗੂ ਆ, ਭਾਵੇਂ ਕਾਂਗਰਸ ਦੇ ਆਗੂ ਆ, ਭਾਵੇਂ ਆਮ ਆਦਮੀ ਪਾਰਟੀ ਦੇ ਆ, ਭਾਵੇਂ ਕੋਈ ਵੀ ਹੋਰ ਦੂਜਾ ਤੀਜਾ, ਇਹ ਜਾਓ ਜੀ ਪਾਰਲੀਮੈਂਟ ਦਾ ਘਿਰਾਓ ਕਰੋ, ਤੁਸੀਂ ਜਾ ਕੇ ਮੋਦੀ ਸਾਹਿਬ ਦੇ ਬੰਗਲੇ ਦਾ ਘਿਰਾਓ ਕਰੋ। ਅਸੀਂ ਪੰਜਾਬ ਦੇ ਵਿੱਚ ਮੋਰਚਾ ਸੰਭਾਲਿਆ, ਤੁਸੀਂ ਉੱਥੇ ਜਾ ਕੇ ਮੋਰਚਾ ਸੰਭਾਲੋ ਤੇ ਪੰਜਾਬ ਦੇ ਵਿੱਚ ਹੀ ਇੱਕ ਦੂਜੇ ਦੇ ਵਿੱਚ ਵੱਜਦੇ ਨਾ ਫਿਰੋ, ਐਵੇਂ ਬਿਆਨ ਨਾ ਦਿੰਦੇ ਫਿਰੋ। ਜੇਕਰ ਅਸੀਂ ਮੋਦੀ ਸਾਹਿਬ ਦੇ ਅੱਜ ਵਾਲੇ ਬਿਆਨ ਦੀ ਗੱਲ ਕਰੀਏ, ਮੈਸੂਰ ਯੂਨੀਵਰਸਿਟੀ ਵਾਲੇ ਦੀ, ਤਾਂ ਉਹਨਾਂ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ। ਉਹ ਕਹਿੰਦੇ ਜੋ ਵੀ ਕੁਝ ਕੀਤਾ ਅਸੀਂ ਚਮਤਕਾਰੀ ਕਰਤਾ। ਸੋ ਇਸ ਕਰਕੇ ਨਿੱਠ ਕੇ ਲੜਨ ਦੀ ਲੋੜ ਆ ਤੇ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਜਵਾਬਦੇਹ ਬਣਾਉਣ ਦੀ ਜ਼ਰੂਰਤ ਹੈਗੀ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।